दैनिक सवेरा टीवी देख रहे ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਖੋਖਰ ਸਵਾਗਤ ਕਰਦਾ ਹਾਂ। ਗੱਲ ਅਸੀਂ ਕਰਾਂਗੇ ਪੰਜਾਬ ਦੇ ਭਖਵੇਂ ਮੁੱਦਿਆਂ ਦੀ। ਸਾਡੇ ਨਾਲ ਨੇ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ। ਭਖਵਾਂ ਮੁੱਦਾ ਇਹ ਹੈ ਕਿ ਕੀ ਕਿਸਾਨ ਜਥੇਬੰਦੀਆਂ ਦੇ ਆਗੂ ਪੰਜਾਬ ਦੀਆਂ ਚੋਣਾਂ ਵਿੱਚ ਹਿੱਸਾ ਲੈਣਗੇ ਜਾਂ ਨਹੀਂ। ਅੰਦਰ ਖਾਤੇ ਜੋ ਗੱਲ ਚੱਲ ਰਹੀ ਹੈ ਉਹ ਸਾਨੂੰ ਇਹ ਪਤਾ ਲੱਗ ਰਿਹਾ ਕਿ ਮਨ ਬਣਾ ਰਹੇ ਨੇ ਹੌਲੀ ਹੌਲੀ ਕਿਸਾਨ ਆਗੂ। ਮੀਟਿੰਗ ਦੇ ਵਿੱਚ ਚਰਚਾਵਾਂ ਵੀ ਕੀਤੀਆਂ ਜਾ ਰਹੀਆਂ ਨੇ ਕਿ ਚੋਣਾਂ ਵਿੱਚ ਹਿੱਸਾ ਕਿਵੇਂ ਲਿਆ ਜਾਵੇ। ਗੱਲ ਕਰਦੇ ਹਾਂ ਪ੍ਰੋਫੈਸਰ ਸਾਹਿਬ ਨਾਲ। ਪ੍ਰੋਫੈਸਰ ਸਾਹਿਬ, ਕਿੱਦਾਂ ਫਿਰ ਕਿਸਾਨ ਆਗੂ ਹਿੱਸਾ ਲੈਣ ਚੋਣਾਂ 'ਚ? ਤੁਹਾਡੀ ਆਪਣੀ ਰਾਏ ਕੀ ਹੈ? ਦੇਖੋ, ਇੱਕ ਬੜਾ ਧਰਮ ਸੰਕਟ ਸੀਗਾ ਲਗਾਤਾਰ। ਉਹ ਸਾਡੇ ਕੋਲ ਵੀ ਉਹਦਾ ਕੋਈ ਜਵਾਬ ਨਹੀਂ ਸੀ ਅਤੇ ਬਹੁਤ ਸਾਰੇ ਜਿਹੜੇ ਐਕਸਪਰਟ ਆ ਉਹਨਾਂ ਕੋਲ ਵੀ ਉਹਦਾ ਜਵਾਬ ਨਹੀਂ ਸੀ। ਧਰਮ ਸੰਕਟ ਇਸ ਗੱਲ ਦਾ ਸੀਗਾ ਕਿ ਇੰਨੇ ਵੱਡੇ ਪੱਧਰ 'ਤੇ ਇੱਕ ਯੁੱਧ ਲੜਿਆ ਗਿਆ ਔਰ ਉਸ ਯੁੱਧ ਦੇ ਨਤੀਜੇ ਵਜੋਂ ਪ੍ਰਧਾਨ ਮੰਤਰੀ ਨੂੰ ਮਾਫੀ ਮੰਗ। ਪੰਜਾਬ ਦੇ ਵਿੱਚ ਹੁਣ ਸਕੂਲ ਜਾਣ ਦੇ ਵਾਸਤੇ ਕਿਸੇ ਨੂੰ ਵੀ ਵਰਦੀ ਲੈਣ ਦੀ ਫਿਕਰ ਨਹੀਂ ਹੈ, ਜਦਕਿ ਇਸ ਤੋਂ ਪਹਿਲਾਂ ਮੁਫਤ ਵਰਦੀ ਦੀ ਸਕੀਮ ਸਰਕਾਰੀ ਸਕੂਲਾਂ ਵਿੱਚ ਪੜ੍ਹਦੀਆਂ 1 ਤੋਂ 8ਵੀਂ ਜਮਾਤ ਤੱਕ ਦੀਆਂ ਸਾਰੀਆਂ ਲੜਕੀਆਂ, ਐਸਸੀ ਵਰਗ ਦੇ ਲੜਕੇ ਲੜਕੀਆਂ ਅਤੇ ਗਰੀਬੀ ਰੇਖਾ ਤੋਂ ਹੇਠਾਂ ਰਹਿੰਦੇ ਪਰਿਵਾਰਾਂ ਦੇ ਬੱਚਿਆਂ ਲਈ ਹੁੰਦੀ ਸੀ। ਲੇਕਿਨ ਹੁਣ ਸਕੂਲ ਸਿੱਖਿਆ ਵਿਭਾਗ ਦੇ ਵੱਲੋਂ ਸਾਰੇ ਹੀ ਬੱਚਿਆਂ ਨੂੰ ਮੁਫਤ ਵਰਦੀ ਦੀ ਸਹੂਲਤ ਦਿੱਤੀ ਜਾ ਰਹੀ ਹੈ। ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਕੂਲੀ ਵਰਦੀਆਂ, ਪਹਿਲਾਂ ਸਕੂਲ ਦੀ ਵਰਦੀ ਐਸੀ ਬੱਚਿਆਂ ਨੂੰ ਮਿਲਦੀ ਸੀ, ਲੇਕਿਨ ਮੈਂ ਇਹ ਸੋਚਿਆ ਹੈ, ਸਾਡੀ ਸਰਕਾਰ ਨੇ ਸੋਚਿਆ ਹੈ ਕਿ ਜਿਹੜਾ ਸਰਕਾਰੀ ਸਕੂਲ ਦੇ ਵਿੱਚ ਪੜ੍ਹਦਾ ਉਹ ਸਾਰਿਆਂ ਨੂੰ ਹੀ ਦੇਣੀ ਚਾਹੀਦੀ। ਉਹ ਸਾਰੇ ਗਰੀਬ ਬੱਚੇ ਪੜ੍ਹਦੇ, ਇਸ ਕਰਕੇ ਅਸੀਂ ਫੈਸਲਾ ਕਰ ਲਿਆ ਕਿ ਜਿੰਨੇ ਸਰਕਾਰੀ ਸਕੂਲ ਦੇ ਵਿੱਚ ਪੜ੍ਹਦੇ ਹੈ ਸਾਰੇ ਬੱਚਿਆਂ ਨੂੰ ਹੀ ਸਾਰੀਆਂ ਫੈਸਿਲਿਟੀਆਂ ਮਿਲਣਗੀਆਂ ਜਿਹੜੀਆਂ ਪੰਜਾਬ ਸਰਕਾਰ ਦਿੰਦੀ ਹੈ, ਤੇ ਵਰਦੀਆਂ ਵੀ ਸਾਰੇ ਬੱਚਿਆਂ ਨੂੰ ਮਿਲਣਗੀਆਂ। ਆਹ ਨੋਟੀਫਿਕੇਸ਼ਨ ਹੈ ਤੁਹਾਡੇ ਪਾਸ, ਇਹ ਅੱਗੇ ਤੋਂ ਵਰਦੀ ਸਾਰਿਆਂ ਨੂੰ ਮਿਲੇ ਕਰੇਗੀ। ਹੁਣ ਕੋਈ ਵੀ ਬੱਚਾ ਕਿਸੇ ਵੀ ਭਾਈਚਾਰੇ ਨਾਲ ਸੰਬੰਧਿਤ ਹੋਵੇ, ਉਸ ਨੂੰ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਮੁਫਤ ਵਰਦੀਆਂ ਦਿੱਤੀਆਂ ਜਾ ਰਹੀਆਂ ਨੇ, ਕਿਉਂਕਿ ਪੜ੍ਹੇਗਾ ਪੰਜਾਬ ਤਾਂ ਹੀ ਤਾਂ ਵਧੇਗਾ ਪੰਜਾਬ। ਪੰਜਾਬ ਦੀ ਸਿੱਖਿਆ ਪ੍ਰਣਾਲੀ ਨੂੰ ਨਵੇਂ ਮੁਕਾਮਾਂ ਤੇ ਲੈ ਕੇ ਜਾ ਰਹੀ ਪੰਜਾਬ ਸਰਕਾਰ। ਘਰ ਘਰ ਚੱਲੀ ਗੱਲ, ਪੰਜਾਬ ਸਰਕਾਰ ਕਰਦੀ ਮਸਲੇ ਹੱਲ। ਕਿ ਝੁਕਣਾ ਪਿਆ ਔਰ ਉਹ ਤਿੰਨੇ ਕਾਲੇ ਕਾਨੂੰਨ ਵਾਪਸ ਲੈਣੇ ਪਏ। ਇਹ ਜਿਹੜੀ ਮੋਬਿਲਾਈਜੇਸ਼ਨ ਹੋਈ, ਇਹ ਜਿਹੜੀ ਲੋਕਾਂ 'ਚ ਜਾਗਰਤੀ, ਜੋਸ਼, ਹਿੰਮਤ ਪੈਦਾ ਹੋਈ। ਇੱਕ ਤਾਂ ਚਲੋ ਜਿੱਤ ਦੀ ਸੈਲੀਬ੍ਰੇਸ਼ਨ ਹੋ ਗਈ, ਲੋਕਾਂ ਨੇ ਉਸ ਨੂੰ ਗਾਂ ਲਈ ਰਸਤਾ ਬਣਾ ਲਿਆ, ਪਰ ਉਦੋਂ ਅੱਗੇ ਸੀ ਕਿ ਚੋਣਾਂ ਸਿਰ 'ਤੇ ਆਈਆਂ। ਉਹ ਕਹਿੰਦੇ ਕਿ ਅਸੀਂ ਜਦ ਇਸ ਵੱਡੇ ਇਕੱਠਾਂ 'ਚ ਕਿਸੇ ਰਾਜਨੀਤਿਕ ਨੇਤਾ ਨੂੰ ਲਾਗੇ ਨਹੀਂ ਫਟਕਣ ਦਿੱਤਾ, ਭਾਵੇਂ ਉਹ ਰਾਹੁਲ ਗਾਂਧੀ ਸੀ, ਭਾਵੇਂ ਕੋਈ ਵੱਡੇ ਵੱਡੇ ਕੈਪਟਨ ਵਰਗੇ ਜਾਂ ਹੋਰ ਜਿਹੜੇ ਵੀ ਲੀਡਰ ਸੀ, ਬੀਜੇਪੀ ਦੇ ਕਿਸੇ ਲੀਡਰ ਨੂੰ ਨਹੀਂ ਲਾਗੇ ਫਟਕਣ ਦਿੱਤਾ। ਇੱਥੋਂ ਤੱਕ ਕਿ ਇੱਕ ਵਾਰੀ ਰੋਟੀ ਖਾਧੀ ਉਹਨਾਂ ਦੀ ਬਣਾਈ ਹੋਈ, ਅਤੇ ਉਹਨਾਂ ਨੂੰ ਲੱਗਾ ਵੀ ਨਾ ਮੁੜ ਕੇ ਲੰਗਰ, ਉਹ ਸਰਸੇ ਹੋਣੀ ਹੁਣ ਉਹ ਲੱਗ ਗੱਲ ਹੈ ਕਿ ਬੀਜੇਪੀ 'ਚ ਚਲੇ ਗਏ, ਉਹ ਲੰਗਰ ਲੈ ਕੇ ਆਉਂਦੇ ਰਹੇ ਵੀ ਅਸੀਂ ਉਹਨਾਂ ਤੋਂ ਬਿਲਕੁਲ ਪੋਲੀਟੀਕਲ ਕਲਾਸ ਤੋਂ ਦੂਰੀਆਂ ਬਣਾ ਕੇ ਰੱਖਣੀਆਂ। ਇਹ ਇੱਕ ਬਹੁਤ ਵੱਡੀ ਚੀਜ਼ ਸੀਗੀ। ਹੁਣ ਸਵਾਲ ਇਹ ਹੈ ਕਿ ਫਿਰ ਜਦੋਂ ਇਮਤਿਹਾਨ ਆ ਗਿਆ ਇੰਨਾ ਹੀ ਪੋਲੀਟੀਕਲ ਪਾਰਟੀਆਂ ਦਾ, ਰਾਜਨੀਤਿਕ ਜਮਾਤ ਦਾ, ਅਤੇ ਉਹ ਬੰਦੇ ਜਿਹੜੇ ਡਟ ਕੇ ਇਹਨਾਂ ਦੇ ਇਸ ਸਮੇਂ ਲਈ ਸਾਰੇ 378 ਦਿਨਾਂ ਦੀ ਨਾਲ ਖੜੇ ਸੀ, ਕੁਝ ਇੱਥੇ ਵੀ ਦੇਖੋ ਚੌਂਕਾਂ 'ਚ ਹੋਰ ਸਾਰੇ ਪੰਜਾਬ ਦੇ ਵਿੱਚ, ਉਹ ਆਪਣੀ ਮੋਹਰ ਕਿੱਥੇ ਲਾਉਣ, ਵੋਟ ਕਿੱਥੇ ਪਾਉਣ, ਕਿਹੜੇ ਬਕਸੇ 'ਚ ਪਾਉਣ, ਸਾਡੇ ਕੋਲ ਕੋਈ ਜਵਾਬ ਨਹੀਂ ਸੀ ਲੱਗਦਾ। ਹੁਣ ਦੋ ਇਹਦੇ 'ਚ ਆਉਂਦਾ ਸੀ, ਇੱਕ ਤਾਂ ਇਹ ਕਿ ਦੇਖੋ ਜੀ ਉਹ ਫਲਾਨੀ ਵੀ ਮਾੜੀ, ਧਮਕਾਣੀ ਵੀ ਮਾੜੀ, ਅਤੇ ਉਹ ਜਿਹੜੀ ਜਾਂਦੀ ਆ ਉਹਨੂੰ ਪਾ ਲਿਓ। ਇੱਕ ਤਾਂ ਇਹ ਤਰੀਕਾ ਸੀ ਜਿਹੜਾ ਸਾਨੂੰ ਕਦੀ ਅਪੀਲ ਨਹੀਂ ਸੀ ਕਰਦਾ। ਹੁਣ ਇਹਦਾ ਹੱਲ ਸਾਨੂੰ ਹੌਲੀ ਹੌਲੀ ਨਿਕਲਦਾ ਲੱਗ ਰਿਹਾ। ਉਹਦੇ 'ਚ ਜਿਵੇਂ ਥੋੜ੍ਹੀਆਂ ਸਟੇਟਮੈਂਟਾਂ ਆ ਰਹੀਆਂ, ਇੱਧਰੋਂ ਉੱਧਰੋਂ ਉੱਗ ਸੁੱਗ ਜੀ ਨਿਕਲ ਰਹੀ ਹੈ। ਉਹ ਇਹ ਨਿਕਲ ਰਹੀ ਹੈ ਕਿ ਕਿਸਾਨ ਸ਼ਾਇਦ ਚੜੂਨੀ ਤੋਂ ਕੁਛ ਅੰਦਾਜ਼ਾ ਜਿਹਾ ਲੈ ਕੇ ਆਪਣਾ ਪਲੇਟਫਾਰਮ ਬਣਾ ਕੇ ਉਹਨਾਂ ਸਾਰੇ ਲੋਕਾਂ ਲਈ ਇੱਕ ਬਕਸਾ ਰੱਖ ਦੇਣ ਜਿਹੜੇ ਕਹਿੰਦੇ ਸੀਗੇ ਕਿ ਅਸੀਂ ਵੋਟ ਕਿੱਥੇ ਪਈ, ਉਹ ਕਹਿਣਗੇ ਵੀ ਇੱਥੇ ਪਾ ਲਾ ਭਾਈ। ਇਸ ਕਿਸਮ ਦਾ ਜੇ ਕੋਈ ਪਲੇਟਫਾਰਮ ਬਣਦਾ, ਮੈਨੂੰ ਲੱਗਦਾ ਕਿ ਉਹ ਕੋਈ ਵੀ ਪਾਰਟੀ ਜਿਨ੍ਹਾਂ ਨੂੰ ਇੰਨੇ ਨੇੜੇ ਨਹੀਂ ਫਟਕਣ ਦਿੱਤਾ ਔਰ ਜਿਹਦੇ ਕਰਕੇ ਇਹ ਸਟਰਗਲ ਜਿੱਤੇ ਆ, ਇਹ ਵੀ ਇੱਕ ਵੱਡਾ ਫੈਕਟਰ ਸੀ ਕਿ ਉਹ ਇਕੱਠੇ ਰਹੇ, ਇੱਕ ਮਜ਼ਬੂਤੀ ਰਹੀ। ਅਤੇ ਹੁਣ ਵੀ
ਉਸ ਜਿੱਤ ਤੋਂ ਬਾਅਦ ਉਹ ਜਿਹੜਾ ਜਹਾਜ਼ ਬਣਾਇਆ ਉਹਨੂੰ ਲਗਾਤਾਰ ਮਜ਼ਬੂਤ ਜੇ ਰੱਖਣਾ, ਇਕੱਠੇ ਰੱਖਣਾ, SKM ਨੂੰ ਬਿਲਕੁਲ ਆਜ਼ਾਦਾਨਾ ਤੌਰ 'ਤੇ ਮਜ਼ਬੂਤੀ ਦੇਣੀ ਹੈ ਤਾਂ ਜ਼ਰੂਰੀ ਸੀ ਕਿ ਕਿਸੇ ਵੀ ਪਾਰਟੀ ਨਾਲੋਂ ਅਲੱਗ ਕੋਈ ਜੇ ਜੋ ਵੀ ਇਮਤਿਹਾਨ ਆ ਉਹਦੇ 'ਚ ਆਪਣਾ ਪਰਚਾ ਪਾ ਕੇ ਆਉਣ। ਬਿਲਕੁਲ। ਰੁਲਦੂ ਸਿੰਘ ਮਾਨਸਾ ਨੇ ਵੀ ਬਿਆਨ ਦਿੱਤਾ ਹੈ ਕਿ ਬਲਬੀਰ ਸਿੰਘ ਰਾਜੇਵਾਲ ਜੇ CM ਬਣਦੇ ਨੇ ਮੈਨੂੰ ਖੁਸ਼ੀ ਹੋਏਗੀ। ਇਹਦਾ ਮਤਲਬ ਅੰਦਰ ਖਾਤੇ ਕੋਈ ਨਾ ਕੋਈ ਗੱਲ ਚੱਲੀ ਹੋਣੀ ਹੈ ਫਿਰ ਕਿ ਆਪਣੀਆਂ ਮਤਲਬ ਆਪਣੀ ਮਜ਼ਬੂਤੀ ਬਣਾਉਣ ਵਾਸਤੇ ਚੋਣਾਂ 'ਚ ਭਾਗ ਲੈ ਲਓ। ਨਹੀਂ ਬਿਲਕੁਲ, ਇਹ ਤਾਂ ਹੁਣ ਦੀ ਨਹੀਂ ਹੈ, ਇਹ ਤਾਂ 3-4 ਮਹੀਨਿਆਂ ਤੋਂ ਗੱਲਾਂ ਚੱਲ ਰਹੀਆਂ। ਲਗਾਤਾਰ ਇਹਦੀ ਚਰਚਾ ਹੋ ਰਹੀ ਸੀ। ਕਿੰਨੇ ਪ੍ਰਪੋਜ਼ਲ ਆਉਂਦੇ ਸੀ। ਇੱਕ ਪ੍ਰਪੋਜ਼ਲ ਜਿਹੜੇ ਸਾਡੇ ਇੱਥੇ ਰਿਟਾਇਰਡ ਅਫਸਰ ਸਾਹਿਬਾਨ, ਬਿਊਰੋਕਰੈਟਸ, ਸਾਰੇ IAS, ਹੋਰ ਪੁਲਿਸ ਦੇ ਅਫਸਰ, ਉਹਨਾਂ ਨੂੰ ਵੀ ਥੋੜ੍ਹਾ ਜਿਹਾ ਜੋਸ਼ ਆਇਆ ਹੋਇਆ ਸੀਗਾ। ਉਹ ਕਾਫੀ ਮੀਟਿੰਗਾਂ ਕੀਤੀਆਂ, ਉਹ ਪੈਸਾ ਧੇਲਾ ਵੀ ਹੋਰ ਮਦਦ ਵੀ ਕਰਦੇ ਰਹੇ ਵੀ ਆਪਣਾ ਇਹ ਸਾਂਝਾ ਫਰੰਟ ਆ। ਅਤੇ ਉਹ ਹਮੇਸ਼ਾ ਕੁਛ ਨਾ ਕੁਛ ਸਾਰੇ ਹੀ ਚਾਹੁੰਦੇ ਸੀ ਵੀ ਇਹ ਕੁਛ ਹੋਣਾ ਚਾਹੀਦਾ। ਅੱਜ ਦੀ ਨਹੀਂ ਇਹ ਚੱਲ ਰਹੀ, ਉਹ ਬੜੀ ਦੇਰ ਦੇ ਕੱਪੜੇ ਰਾਜੇਵਾਲ ਦੇ ਵੀ ਖਿੱਚ ਕੇ ਪਾੜ ਰਹੇ ਸੀਗੇ, ਹੋਰ ਵੀ ਕਈਆਂ ਦਾ, ਇੱਕ ਦਾ ਨਹੀਂ ਮੈਂ ਤੇ ਇੱਕ ਦਾ ਤੇ ਨਾਂ ਲਿਆ, ਬਹੁਤ ਲੋਕ ਸੀਗੇ ਜਿਨ੍ਹਾਂ 'ਚੋਂ ਅਸੀਂ ਵੀ ਗਾਹੇ ਬਗਾਹੇ ਉਹਨਾਂ ਦੇ ਨਾਲ ਇਹੋ ਜਿਹੀ ਚਰਚਾ ਹੁੰਦੀ ਸੀਗੀ। ਪਰ ਸਾਨੂੰ ਕੋਈ ਇੱਕ ਰਾਹ ਇਹ ਹੋਰ ਵੀ ਕੱਢਿਆ ਸੀ ਖੋਖਰ, ਜਿਹੜੇ IAS ਜਾਂ ਇਹ ਬੰਦੇ ਲੌਬੀ ਸੀ, ਉਹ ਕਹਿੰਦੇ ਚੰਗਾ ਫਿਰ ਜੇ ਕਿਸਾਨ ਉੱਥੇ ਬਿਜ਼ੀ ਹੋ ਗਏ ਆ, ਕੋਈ ਤਣ ਪੱਥਣ 'ਤੇ ਲੱਗਦੀ ਗੱਲ ਦਿਖਦੀ ਨਹੀਂ, ਮੋਦੀ ਝੁਕਦਾ ਨਹੀਂ ਅਤੇ ਅਸੀਂ ਪਿੱਛੇ ਆਉਂਦੇ ਨਹੀਂ, ਤੁਸੀਂ ਇੰਝ ਕਰੋ ਕੋਈ ਪਾਰਟੀ ਬਣਾ ਲਓ, ਜਾਣੀ ਕੋਈ ਚੰਗੇ ਬੰਦੇ ਫੜ ਕੇ ਅਤੇ ਉਹਨਾਂ ਨੂੰ ਉੱਧਰ ਲਾ ਦਿਓ, ਕਿਸਾਨ ਆਪਣਾ ਕੰਮ ਕਰਦੇ ਰਹਿਣ। ਇਹ ਗੱਲ ਕਿਸਾਨਾਂ ਨੂੰ, ਲੀਡਰਾਂ ਨੂੰ ਆਪਣੇ ਅਨੁਭਵ 'ਚੋਂ ਬਿਲਕੁਲ ਸਿਖਾਉਂਦੀ ਨਹੀਂ ਸੀ, ਉਹਨਾਂ ਨੂੰ ਕੋਈ ਚੰਗੀ ਨਹੀਂ ਸੀ ਲੱਗਦੀ, ਮਨ ਨੂੰ ਨਹੀਂ ਸੀ ਭਾਉਂਦੀ। ਕਾਰਨ ਉਹਦਾ ਇਹ ਆ ਵੀ ਆਪਣਾ ਕੰਮ ਕੀਤਾ ਹੈ ਕੋਈ ਹੋਰ ਹੀ ਵੱਢ ਕੇ ਲੈ ਜੇ, ਉਹਦਾ ਕੀ ਪਤਾ ਕੱਲ੍ਹ ਨੂੰ ਕੀ ਹੈ। ਜੇ ਤੁਸੀਂ ਆਪ ਕੋਈ ਮਿਹਨਤ ਕੀਤੀ ਤਾਂ ਤੁਹਾਨੂੰ ਤਾਂ ਪਤਾ ਕਿ ਜਿਹੜੀ ਇਹ ਰੁਤਬਾ, ਇਹ ਜਿਹੜੀ ਸਾਰੀ ਜਥੇਬੰਦੀ ਜਾਂ SKM ਦਾ ਪਲੇਟਫਾਰਮ ਆ, ਕਿੰਨੀ ਕੁਰਬਾਨੀ ਨਾਲ, ਕਿੰਨੀ ਮਿਹਨਤ ਨਾਲ, ਅਤੇ ਤੁਹਾਨੂੰ ਇੱਕ ਜ਼ਿੰਮੇਵਾਰੀ ਵੀ ਹੋਊਗੀ, ਲੋਕ ਤੁਹਾਨੂੰ ਰਿਕੋਗਨਾਈਜ਼ ਵੀ। ਜੇ ਕੋਈ ਹੋਰ ਹੀ ਪਾਰਟੀ ਬਣ ਜੇ, ਉਹਨਾਂ ਨੂੰ ਇਹ ਗੱਲ ਲੱਗਦਾ ਸੀ ਵੀ ਨਹੀਂ, ਅਸੀਂ ਦੂਜਿਆਂ 'ਤੇ ਉਸ ਕਿਸਮ ਦਾ ਭਰੋਸਾ ਕਰਨ ਦੀ ਜਗ੍ਹਾ ਅਸੀਂ ਆਪ ਹੀ ਮੌਕਾ ਲੱਗਣ 'ਤੇ ਇੱਧਰ ਨੂੰ ਸ਼ਾਇਦ ਕੁਛ ਅਸੀਂ ਸੋਚਾਂਗੇ। ਅਤੇ ਮੈਨੂੰ ਲੱਗਦਾ ਕਿ ਉਹ ਘੜੀ ਆ ਗਈ, ਹੁਣ ਬਹੁਤ ਟਾਈਮ ਨਹੀਂ ਰਹਿ ਗਿਆ ਜਦੋਂ ਇਹੋ ਜਿਹੀ ਉਹਨਾਂ ਦੇ ਮਨ 'ਚ ਥੋੜ੍ਹੀ ਬਹੁਤ ਗੱਲ ਪਹਿਲਾਂ ਨਾਲੋਂ ਜ਼ਿਆਦਾ ਜ਼ਬਰਦਸਤ ਢੰਗ ਨਾਲ ਆਉਣ ਲੱਗੀ ਹੈ। ਅਤੇ ਜੇ ਹੋ ਜਾਂਦਾ ਤਾਂ ਇਹ ਮੈਨੂੰ ਲੱਗਦਾ ਚੰਗੀ ਗੱਲ ਹੀ ਹੋਊਗੀ। ਡਾਕਟਰ ਸਾਹਿਬ, ਇਹ ਵੀ ਹੈ ਕਿ ਇੱਕ ਸਿਆਸੀ ਖਿਲਾਫ ਵੀ ਨਜ਼ਰ ਆਉਂਦਾ ਹੈ। ਕੱਲ੍ਹ ਮੇਰੀ ਬ੍ਰਹਮਪੁਰਾ ਨਾਲ ਵੀ ਗੱਲ ਹੋਈ, ਰਣਜੀਤ ਸਿੰਘ ਬ੍ਰਹਮਪੁਰਾ ਕਹਿੰਦੇ ਵੀ ਹੰਗ ਅਸੈਂਬਲੀ ਬਣਨ ਦੇ ਚਾਂਸ ਹੈ। ਇਹ ਨਹੀਂ ਲੱਗਦਾ ਕਿ ਕਿਹੜੀ ਪਾਰਟੀ ਦਾ ਹੱਥ ਉੱਤੇ ਹੈ। ਜੇ ਕਿਸਾਨ ਜਥੇਬੰਦੀਆਂ ਸਿਆਸੀ ਮੈਦਾਨ 'ਚ ਕੁੱਦ ਪੈਂਦੀਆਂ ਨੇ, ਫਿਰ ਕੀ ਲੱਗਦਾ ਕਿ ਟੋਟਲੀ ਜੋ ਸਿਆਸਤ ਦੇ ਸਮੀਕਰਨ ਨੇ ਟੋਟਲੀ ਬਦਲ ਜਾਣਗੇ? ਉਹ ਤਾਂ ਬਦਲੇ ਹੀ ਆ। ਸਿਆਸੀ ਸਮੀਕਰਨ ਕੀ ਆ, ਸਿਆਸੀ ਪਾਰਟੀਆਂ ਦਾ ਤਾਂ ਵੇਖੋ ਹਾਲਤ ਇਹ ਨਹੀਂ ਹੈ ਕਿ ਇਲੈਕਸ਼ਨ ਲੜਨ 'ਤੇ ਕਿੰਨਾ ਜ਼ੋਰ ਲਾਉਣਾ। ਹਲੇ ਉਹਨਾਂ ਦਾ ਇਲੈਕਸ਼ਨ ਲੜਨ 'ਤੇ ਪਾਰਟੀਆਂ ਦਾ ਉਹਨਾਂ ਜ਼ੋਰ ਨਹੀਂ ਜਿੰਨੇ ਆਪੋ ਆਪਣੇ ਕਬੂਤਰ ਆਲੇ 'ਚ ਤਾੜ ਕੇ ਰੱਖਣ 'ਤੇ ਜ਼ੋਰ ਲੱਗਾ ਵੀ ਕਿਹੜਾ ਕਿੱਧਰ ਨੂੰ ਉਡਾ ਕੇ ਲੈ ਜੇ, ਕਿਹੜਾ ਕਿੱਧਰ ਨੂੰ, ਕਿਹੜੀ ਛਤਰੀ 'ਤੇ ਬਹਿ ਜੇ, ਕਿਹੜੀ ਛਤਰੀ 'ਤੇ ਬਹਿ ਜੇ। ਇਹ ਬੜਾ ਵੱਡਾ ਜ਼ੋਰ ਲੱਗਾ ਅਤੇ ਕਈ ਤਾਂ ਆਪਸ ਵਿੱਚ ਹੀ ਅੰਦਰੋਂ ਅੰਦਰੀ ਲੱਗੇ ਆ। ਨਵਜੋਤ ਸਿੰਘ ਸਿੱਧੂ ਕਹਿੰਦਾ ਓਏ ਸਾਡੀ ਸਰਕਾਰ ਭਾਵੇਂ ਸਾਡੀ ਆ, ਪਰ ਉਹ ਸਰਕਾਰ ਆਹ ਨਹੀਂ ਕਰਦੀ, ਰੋਜ਼ ਹੀ ਇੱਕ ਅੱਧਾ ਦਬਕਾ ਮਾਰਦੇ ਆ ਉਹਦੇ ਨਾਲ, ਤਾਂ ਕਿ ਜਾਗਦੇ ਰਹੋ। ਚੌਕੀਦਾਰ ਦਾ ਕੰਮ ਉਹ ਕਾਂਗਰਸ ਦੇ ਪ੍ਰਧਾਨ ਕਰ ਰਹੇ ਆ, ਉਹ ਵਿਰੋਧੀ ਪਾਰਟੀਆਂ ਨੂੰ ਵੀ ਕਰਦੇ ਆ, ਆਪਣੀ ਸਰਕਾਰ ਨੂੰ ਵੀ ਕਰਦੇ। ਇਸ ਕਿਸਮ ਦਾ ਇਹ ਬੜੀ ਇੱਕ ਇੰਝ ਕਹੋ ਕਿ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਆ ਫਲਕਸ ਸਿਚੁਏਸ਼ਨ, ਵੀ ਡਾਵਾਂਡੋਲ ਜੀ ਆ, ਘੜੀ 'ਚ ਮਾਸਾ ਘੜੀ 'ਚ ਪਾਈ ਆ। ਸ਼ੇਅਰ ਮਾਰਕੀਟ ਵਾਲੀ ਗੱਲ ਕਹਿ ਸਕਦੇ ਆਪਾਂ ਕਿ ਕਦੇ ਸ਼ੇਅਰ ਉੱਤੇ ਕਦੇ ਥੱਲੇ। ਬਿਲਕੁਲ, ਰਾਜਨੀਤੀ ਤਾਂ ਹੈ ਹੀ ਚੱਲਦੀ ਸ਼ੇਅਰ ਮਾਰਕੀਟ ਵਾਂਗੂ ਆ। ਜਦੋਂ ਇਹ ਖਬਰ ਆ ਜਾਂਦੀ ਆ ਕਿ 7 ਮਿਨਿਸਟਰ ਕਾਂਗਰਸ ਦੇ ਛੱਡ ਕੇ BJP 'ਚ ਜਾਣ ਨੂੰ ਤਿਆਰ, ਵੈਸੇ ਉਹ ਸ਼ੋਸ਼ਾ ਹੀ ਸੀਗਾ, ਸੋਸ਼ਲ ਮੀਡੀਆ 'ਤੇ ਸੀਗਾ, ਹੋ ਸਕਦਾ ਕੁਛ ਚਲੇ ਜਾਣ, ਇੱਕ ਤੇ ਚਲਾ ਗਿਆ, 7 ਨਹੀਂ ਗਏ। ਤੇ ਕੇਜਰੀਵਾਲ ਕਹਿੰਦਾ ਕਿ ਮੈਂ ਕੁਆੜ ਲੈਣਾ ਨਹੀਂ, ਕਾਂਗਰਸੀ ਮੇਰੇ ਸੰਪਰਕ ਦੇ ਵਿੱਚ ਨੇ। ਕੁਆੜ ਹੀ ਆ ਉਹਦੇ ਕੋਲ, BJP ਕੋਲ ਕੁਆੜ ਹੀ ਆ, ਉਹਦੇ ਨਾਲ ਕੰਮ ਚਲਾਈ ਜਾਂਦੇ, ਸਰਕਾਰ ਚਲਾਈ ਜਾਂਦੇ ਆ। ਚੰਡੀਗੜ੍ਹ ਦੇ ਵਿੱਚ ਕੇਜਰੀਵਾਲ ਨੇ ਨਹੀਂ ਲਏ ਕਾਂਗਰਸੀ ਸਾਰੇ, ਇੱਦਾਂ ਉਹੀ ਇਲੈਕਸ਼ਨ ਮੋਰੇ ਹੋ ਕੇ ਲੜ ਰਹੇ ਆ। ਪਹਿਲਾਂ ਨਹੀਂ ਅੱਗੇ ਉਹਦੇ ਕੁਆੜ ਅੰਦਰ ਗਿਆ, ਬਥੇਰੇ ਗਏ ਆ। ਉਹ ਤਾਂ ਐਵੇਂ ਗੱਲਾਂ ਆ ਵੀ ਮੈਨੂੰ ਨਵਾਂ ਮਾਲ ਚਾਹੀਦਾ। ਨਵਾਂ ਮਾਲ ਉਹ ਤਾਂ ਚਾਹੁੰਦਾ ਤਾਂ ਕਿ ਉਹਦੇ ਅੱਗੇ ਉਹ ਕਲੇਮ ਨਾ ਕੋਈ ਬਹੁਤੇ ਬਣਾਏ। ਜੇ ਕੋਈ ਤਕੜਾ ਬੰਦਾ ਆਊ ਖੈਰੇ ਵਾਂਗੂ ਉਹ ਇਹਦੇ ਗਲੇ ਨੂੰ ਵੀ ਹੱਥ ਪਾਉਂਦਾ, ਉੱਥੇ ਫਿਰ ਉਹ ਫਟਦੀ ਨਹੀਂ, ਪੂਰੀ ਨਹੀਂ ਚੱਲਦੀ ਉਹਦੀ। ਡਾਕਟਰ ਸਾਹਿਬ, ਇੱਕ ਪੰਜਾਬ ਦਾ ਜਿਹੜਾ ਮਾਹੌਲ ਖਰਾਬ ਕਰਨ ਦੀ ਵੀ ਕੋਸ਼ਿਸ਼ ਹੈ, ਬੇਅਦਬੀਆਂ ਵੀ ਹੋਈਆਂ, ਪਤਾ ਨਹੀਂ ਲੱਗ ਰਿਹਾ ਕਿ ਕਿਹਨੇ ਬੇਅਦਬੀ ਦੀ ਕੋਸ਼ਿਸ਼ ਕੀਤੀ ਅੰਮ੍ਰਿਤਸਰ, ਅਤੇ ਜਿਹੜਾ ਕੱਲ੍ਹ ਬੰਬ ਬਲਾਸਟ ਹੋ ਗਿਆ, ਇਹਦੇ ਬਾਰੇ ਵੀ ਨਹੀਂ ਪਤਾ ਲੱਗ ਰਿਹਾ ਕਿ ਗੱਲ ਕਿੱਧਰੋਂ ਆਈ ਹੈ, ਕਿੱਥੋਂ ਚੱਲੀ ਹੈ। ਇਹਦਾ ਫਿਰ ਨੁਕਸਾਨ ਕਿਹੜੀ ਪਾਰਟੀ ਨੂੰ ਹੋ ਸਕਦਾ ਹੈ ਸਿਆਸੀ ਮਾਹੌਲ ਦੀ ਜੇਕਰ ਗੱਲ ਕਰੀਏ? ਨੁਕਸਾਨ ਤਾਂ ਦੇਖੋ ਪੰਜਾਬ ਨੂੰ ਹੋ ਸਕਦਾ, ਪਾਰਟੀਆਂ ਦੇ ਤਾਂ ਇਹੋ ਜਿਹੇ ਹੱਥ ਕੰਡੇ ਚੱਲੀ ਜਾਂਦੇ ਆ। ਏਜੰਸੀਆਂ ਦਾ ਲੱਗਦਾ ਹੈ ਕਾਫੀ ਹੱਦ ਤੱਕ, ਬਹੁਤੀਆਂ ਪਾਰਟੀਆਂ ਵੀ ਉਹ ਕਹਿੰਦੀਆਂ ਵੀ ਉਹਨਾਂ ਦੀ ਕਿਸੇ ਦੀ ਸਿਸਟੇਮੈਟਿਕ ਪਲੈਨਿੰਗ ਤਹਿਤ ਹੋਇਆ।
ਹੁਣ ਏਜੰਸੀਆਂ ਕੁਛ ਦੇ ਜਿਹੜੇ ਬੀਜੇਪੀ ਟਾਈਪ ਸਮੁਦਾਇ ਹੈਗਾ ਇੱਥੇ ਦਾ ਸਾਰਾ ਵਿੱਚ ਕੈਪਟਨ ਅਮਰਿੰਦਰ ਢੀਂਡਸਿਆਂ ਦਾ ਤਾਂ ਨਹੀਂ ਆਇਆ ਤੇ ਬੀਜੇਪੀ ਦਾ ਤੇ ਆ ਹੀ ਰਿਹਾ, ਉਹ ਜੀ ISI, ਉਹ ਜੀ ਪਾਕਿਸਤਾਨ, ਉਹਦੇ ਵਿੱਚ ਸਿੱਧੂ ਨੂੰ ਵੀ ਲਪੇਟ ਲੈਂਦੇ ਆ। ਇਹ ਦੇਖੋ ਜੀ ਉੱਥੇ ਉਹਨਾਂ ਦੇ ਨਾਲ ਇੰਜ ਕਰਦਾ ਉਹਦੇ ਕਰਕੇ ਤਾਂ ਕਿ ਸਿੱਧੂ ਕਾਂਗਰਸ ਨੂੰ ਡਾਊਨ ਕੀਤਾ ਜਾ ਸਕੇ। ਪਰ ਜ਼ਿਆਦਾਤਰ ਇਹ ਲੱਗਦਾ ਕਿ ਜਿਹੜੀ ਵੀ ਪਾਰਟੀ ਜਾਂ ਕੋਈ ਵੀ ਪੋਲੀਟਿਕਸ ਜਿਸ ਕਿਸਮ ਦੀ ਆ ਨਹੀਂ ਚਾਹੁੰਦੀ ਕਿ ਹਿੰਦੂ ਸਿੱਖ ਔਰ ਲੋਕ ਜਾਤਾਂ ਤੇ ਧਰਮਾਂ ਦੇ ਇਕੱਠੇ ਰਹਿ ਸਕਣ, ਜਿਨ੍ਹਾਂ ਨੂੰ ਸੈਕੂਲਰ ਏਜੰਡਾ ਪਸੰਦ ਨਹੀਂ। ਔਰ ਬਾਰ-ਬਾਰ ਕੌਣ ਇਹ ਕਹਿੰਦਾ? ਇਹ ਹਿੰਦੂ ਮਹਾਸਭਾ ਕਹਿੰਦੀ ਆ। ਉਹ ਤੇ ਸਿੱਧਾ ਹੀ ਲੈਂਦੇ ਆ। ਉਹ ਤਾਂ ਕਹਿੰਦੇ ਵੀ 20 ਲੱਖ ਮੁਸਲਮਾਨ ਮਾਰ ਦਿਓ। ਮੈਂ ਕੱਲ੍ਹ ਇੱਕ ਵੀਡੀਓ ਸੁਣ ਰਿਹਾ ਸੀ, ਹਿੰਦੂ ਮਹਾਸਭਾ ਕਹਿੰਦੀ ਆ ਤਰਸ਼ੂਲ ਲੈ ਕੇ 20 ਲੱਖ ਮੁਸਲਮਾਨਾਂ ਨੂੰ ਮਾਰ ਦਿਓ। ਉਹ ਜਿਨ੍ਹਾਂ ਨੇ ਗਾਂਧੀ ਦੇ ਉਹ ਬੰਦੂਕ ਚਲਾ ਕੇ, ਉਹ ਪਿਸਟਲ ਚਲਾ ਕੇ ਖੂਨ ਕੱਢਣ ਦਾ ਇਮੇਜ ਦਿੱਤਾ ਸੀਗਾ, ਉਹ ਸਾਰੇ ਲੱਗੇ ਹੋਏ। ਹੁਣ ਇਹ ਸਾਡੇ ਜਿਹੜੀਆਂ ਰਾਈਟਿਸਟ ਸ਼ਕਤੀਆਂ ਹੈਗੀਆਂ, ਜਿਹੜੇ ਇੱਥੇ ਹਿੰਦੂ ਰਾਸ਼ਟਰ ਚਾਹੁੰਦੇ ਆ, ਹਿੰਦੂ ਮਹਾਸਭਾ ਵਾਲੇ, ਜਾਂ ਉਹ RSS ਨਾਲ ਕਿਸੇ ਨਾ ਕਿਸੇ ਤਰੀਕੇ ਨਾਲ ਅਫੀਲੀਏਟਡ ਸਾਰੇ ਹੈਗੇ, ਉਹ ਕੁਛ ਨਾ ਕੁਛ ਇਹੋ ਜਿਹਾ ਕਰਵਾਉਂਦੇ ਰਹਿੰਦੇ ਹੋਣਗੇ। ਉਹਨਾਂ ਨੂੰ ਤਾਂ ਕੋਈ ਇਹੋ ਜਿਹੀ, ਉਹਨਾਂ ਨੂੰ ਤਾਂ ਮਾਣ ਵਾਲੀ ਗੱਲ ਲੱਗਦੀ ਆ ਜਦੋਂ ਲੋਕ ਮਰਦੇ ਆ, ਜਦੋਂ ਨਫ਼ਰਤ ਪੈਦਾ ਹੁੰਦੀ ਆ, ਘੱਟ ਗਿਣਤੀ ਤੇ ਬਹੁ ਗਿਣਤੀ ਦੇ ਵਿਚਾਲੇ ਲੜਾਈਆਂ ਝਗੜੇ ਖੂਨ ਖਰਾਬਾ ਹੁੰਦਾ, ਉਹਨਾਂ ਨੂੰ ਲੱਗਦਾ ਵੀ ਅੱਜ ਰੋਟੀ ਚੰਗੀ ਵਧੀਆ ਲੱਗਦੀ ਆ। ਤੇ ਉਸ ਕਿਸਮ ਦੀਆਂ ਸ਼ਕਤੀਆਂ ਹੀ ਦਰਸ਼ਨ ਖੋਖਰ ਜੀ ਹੋ ਸਕਦੀਆਂ। ਸਾਹਿਬ ਇਹ ਵੀ ਹੋ ਸਕਦਾ ਕਿ ਪੰਜਾਬ ਦੀਆਂ ਜਿਹੜੀਆਂ ਚੋਣਾਂ ਨੇ ਉਹਨੂੰ ਅੱਗੇ ਪਾਉਣ ਦੀ ਵੀ ਗੱਲ ਹੋਵੇ, ਕਿਉਂਕਿ ਕੇਂਦਰ ਦੇ ਸੱਤਾਧਾਰੀ ਚਾਹੁੰਦੇ ਨੇ ਕਿ ਥੋੜ੍ਹਾ ਜਿਹਾ ਮਾਹੌਲ ਜਿਹਾ ਠੀਕ ਹੋ ਜਾਏ ਤਾਂ ਚੋਣਾਂ ਦੇ ਵਿੱਚ ਕੁੱਦ ਕੇ ਫਾਇਦਾ, ਨਹੀਂ ਤਾਂ BJP ਦੇ ਪੱਲੇ ਕੁਝ ਪੈਣਾ ਨਹੀਂ। ਇਹ ਵੀ ਕੋਈ ਚਾਂਸ ਹੈਗੇ ਆ ਕਿ ਚੋਣਾਂ 2-4 ਮਹੀਨੇ ਅੱਗੇ ਪੈ ਜਾਣ, ਕਿਉਂਕਿ ਪਹਿਲਾਂ ਜਦੋਂ ਪੰਜਾਬ ਦੇ ਵਿੱਚ ਖਾੜਕੂਵਾਦ ਸੀਗਾ ਉਦੋਂ ਕੁਝ ਘਟਨਾਵਾਂ ਹੁੰਦੀਆਂ ਸੀ, ਜਦੋਂ ਫਿਰ ਰਾਸ਼ਟਰਪਤੀ ਰਾਜ ਲਾਗੂ ਹੋ ਜਾਂਦਾ ਸੀ ਜਾਂ ਚੋਣਾਂ ਅੱਗੇ ਪਿੱਛੇ ਹੋ ਜਾਂਦੇ ਸੀ। ਤੁਹਾਨੂੰ ਲੱਗਦਾ ਕਿ ਚਾਂਸ ਹੈਗੇ? ਦੇਖੋ, ਪੰਜਾਬ ਨਾਲ ਇਹੋ ਜਿਹੇ ਧੱਕੇ ਤਾਂ ਹੁੰਦੇ ਰਹੇ ਆ। ਬੜੀ ਵਾਰੀ ਇੱਥੇ ਗਵਰਨਰੀ ਰਾਜ ਲੱਗਾ। ਮੈਂ ਕੱਲ੍ਹ ਮੀਡੀਆ 'ਤੇ ਰੱਖੀ ਸੀ ਵੀ ਇਸ ਦਾ ਵੀ ਮਾਹੌਲ ਪੈਦਾ ਕੀਤਾ ਜਾ ਰਿਹਾ। ਹੋ ਸਕਦਾ ਇਹੋ ਜਿਹੇ ਦੇ 1-2 ਬੰਬ ਧਮਾਕੇ ਹੋਰ ਕਰਕੇ ਕਹਿ ਦੇਣ ਜੀ ਚਲੋ ਗਵਰਨਰੀ ਰਾਜ 6 ਮਹੀਨੇ ਦੀ ਛੁੱਟੀ, ਉਹਦੇ ਵਿੱਚ ਜਿਹੜੀ BJP ਆਪਣੀ ਹੋਰ ਤਿਆਰੀ ਕਰ ਲੂ, ਜਾਣੀ ਕਬੂਤਰ ਇੱਧਰ ਉੱਧਰ ਹੋਰ ਉਹਨਾਂ ਦੀ ਨਵੀਂ ਵਿਉਂਤਬੰਦੀ ਹੋ ਜੂਗੀ। ਉਹਦਾ ਜਿਹੜਾ ਕਹਿਣ ਦਾ ਸੀਗਾ, ਜਿਹੜਾ BJP ਦਾ ਪ੍ਰਵਕਤਾ ਸੀ, ਕਹਿੰਦਾ ਜੀ ਸਾਡੀ 6-7 ਸਾਲ ਸਾਡੀ ਜਿਹੜੀ ਰਹੀ ਹੈ ਸਰਕਾਰ ਅਟਲ ਬਿਹਾਰੀ ਵਾਜਪਾਈ ਦੀ, ਔਰ ਉਦੋਂ ਬਾਅਦਾਂ ਹੁਣ ਰਹੀ ਆ 7 ਸਾਲ 14 ਸਾਲਾਂ ਦੇ ਵਿੱਚ। ਕਹਿੰਦੇ ਅਸੀਂ ਇੱਕ ਵੀ ਜਗ੍ਹਾ ਕਿਤੇ ਗਵਰਨਰੀ ਰਾਜ ਲਾਇਆ ਹੋਵੇ ਤਾਂ ਸਾਨੂੰ ਦੱਸੋ। ਮੈਨੂੰ ਇਸ ਗੱਲ 'ਚ ਥੋੜ੍ਹਾ ਬਹੁਤ ਲਾਇਆ ਹੋਊਗਾ, ਮੇਰੇ ਕੋਲ ਅੰਕੜੇ ਨਹੀਂ ਹੈਗੇ, ਪਰ ਥੋੜ੍ਹਾ ਬਹੁਤ ਮੈਨੂੰ ਇਸ ਗੱਲ 'ਚ ਤੰਤ ਲੱਗਾ ਕਿ ਉਹਨਾਂ ਦਾ ਸ਼ਾਇਦ ਇਸ ਪਾਸੇ ਰੁਝਾਨ ਨਾ ਹੋਵੇ ਤੇ ਉਹਨਾਂ ਨੂੰ ਪੰਜਾਬ ਤੋਂ ਕੋਈ ਬਹੁਤੀ ਉਮੀਦ ਵੀ ਨਹੀਂ ਹੈ, ਔਰ ਪੰਜਾਬ ਨੂੰ ਉਹ ਕੋਈ ਬਹੁਤਾ ਸਮਝਦੇ ਵੀ ਨਹੀਂ। 13 ਨਹੀਂ ਚਾਹੁੰਦੀ ਕੇਂਦਰ ਦੀ ਜਿਹੜੀ ਹਾਈ ਕਮਾਂਡ ਆ BJP ਦੀ ਕਿ ਜਮੀ ਬੇਇੱਜ਼ਤੀ ਹੋ ਜਾਏ ਪੰਜਾਬ ਦੇ ਵਿੱਚ। ਬੇਇੱਜ਼ਤੀ ਨਹੀਂ ਉਹਨਾਂ ਦੀ ਹੋਣੀ, ਉਹਦਾ ਕਾਰਨ ਇਹ ਹੈ ਕਿ 2 ਬੰਦੇ ਤੇ ਲਾਏ ਹੀ ਆ ਨਾਲ, ਢੀਂਡਸੇ ਹੋਣੀ ਪਿਓ ਪੁੱਤ ਤੇ ਜੋ ਵੀ ਉਹਨਾਂ ਦਾ ਜਿਹੋ ਜਿਹਾ ਵੀ ਅਕਾਲੀ ਦਲ ਕਾਦੇ ਤੇ ਕੈਪਟਨ ਸਾਹਿਬ, ਇੱਕ ਤੇ ਉਹ ਡਟ ਕੇ ਮਦਦ ਕਰ ਰਿਹਾ। ਕਾਂਗਰਸੀ ਵੀ ਨਾਲ ਜਾਣ ਲੱਗੇ, ਹੁਣ ਕਾਂਗਰਸੀ ਜਾਣ ਲੱਗੇ, ਉਹਨਾਂ ਦੇ ਨਾਲ ਬੰਦੇ ਨਹੀਂ ਜਾਣਗੇ ਨਾਲ, ਸਗੋਂ ਹੋਰ ਐਵੇਂ ਪੁੱਠਾ ਹੀ ਮਸਾਲਾ, ਮਤਲਬ ਲੋਕਾਂ ਤੋਂ ਮਾਰ ਖਾਣ ਦਾ ਮਸਾਲਾ ਆ। ਇਸ ਗੱਲ ਦਾ ਮੈਨੂੰ ਜ਼ਿਆਦਾ ਚੱਲ ਰਿਹਾ ਲੱਗਦਾ, ਉਹਦੇ 'ਚੋਂ ਬਹੁਤਾ ਨਿਕਲਣਾ ਨਹੀਂ। ਇੱਕ ਹੋਰ ਚਿੰਤਾ ਵਾਲੀ ਗੱਲ ਆ ਪੰਜਾਬ ਵਾਸਤੇ, ਜੋ ਵਿਧਾਨ ਸਭਾ ਦੇ ਵਿੱਚ ਬਿੱਲ ਪਾਸ ਹੋਏ 12 ਬਿੱਲ, ਜਿਹਦੇ ਵਿੱਚ 36,000 ਕਰਮਚਾਰੀਆਂ ਨੂੰ ਪੱਕੇ ਕਰਨ ਦਾ ਵੀ ਆ, ਕੰਟਰੈਕਟਿੰਗ ਫਾਰਮਿੰਗ ਆ ਜਿਹੜੀ, ਉਹ ਬਿੱਲ ਜਿਹੜਾ ਇੱਥੇ ਪਹਿਲਾਂ ਬਣਿਆ ਸੀ ਉਹਨੂੰ ਰੱਦ ਕਰਨ ਦਾ ਵੀ ਆ। ਗਵਰਨਰ ਨੇ ਉਹ ਫਾਈਲਾਂ ਨਹੀਂ ਕੱਢੀਆਂ, ਜਿਸ ਕਾਰਨ ਇੰਪਲੀਮੈਂਟ ਨਹੀਂ ਹੋ ਰਹੇ ਸਰਕਾਰ ਦੇ ਫੈਸਲੇ, ਉਹਦਾ ਵੀ ਨੁਕਸਾਨ ਹੋਏਗਾ ਸੱਤਾਧਾਰੀਆਂ ਨੂੰ, ਪੰਜਾਬ ਦਿਆਂ ਨੂੰ। ਨਹੀਂ, ਫਿਰ ਹੁਣ ਗਵਰਨਰ ਕਿਹਦਾ? ਪੁਰੋਹਿਤ ਗਵਰਨਰ ਤੇ BJP ਦਾ ਨਾ। ਉਹ ਨਹੀਂ ਚਾਹੁੰਦੇ ਕਿ ਕਾਂਗਰਸ ਨੂੰ ਕੋਈ ਲਾਹਾ ਲੱਗੇ। ਮੈਂ ਤਾਂ ਖਬਰ ਪੜ੍ਹ ਰਿਹਾ ਸੀ ਵੀ ਚੰਨੀ ਆਪ ਚੀਫ ਮਿਨਿਸਟਰ ਉੱਥੇ ਜਾ ਕੇ ਆਪ ਮਤਲਬ ਆਪਣੀ ਜ਼ਿੰਮੇਵਾਰੀ ਸਮਝ ਕੇ ਕਿ ਮੈਂ ਫਾਈਲਾਂ ਕਿਸੇ ਨਾ ਕਿਸੇ ਤਰੀਕੇ ਨਾਲ ਕਢਾਵਾਂ। ਹਾਲਾਂਕਿ ਮੇਰਾ ਖਿਆਲ ਹੈ ਕਿ ਇਹ ਜਿਹੜੀ ਵਿਜ਼ਿਟ ਆ ਉਹਨੂੰ ਪਹਿਲਾਂ ਕਰਨੀ ਚਾਹੀਦੀ ਸੀ, ਜਦੋਂ 5-7 ਦਿਨ ਫਾਈਲਾਂ ਨਹੀਂ ਆਈਆਂ। ਅੰਦਰੋਂ ਅੰਦਰੀ ਹੋ ਸਕਦਾ ਕੋਈ ਚਿੱਠੀਆਂ ਪੱਤਰ ਜਾਂ ਕੋਈ ਫੋਨਾ ਫਾਨੀ ਹੋਈ ਹੋਵੇ, ਉਹ ਸਾਨੂੰ ਪਤਾ ਨਹੀਂ ਹੈਗਾ, ਪਰ ਇਹ ਗੱਲ ਤਾਂ ਪਬਲਿਕ 'ਚ ਆਈ ਹੈ ਕਿ ਉਹ ਜਾ ਕੇ ਉਹਨੇ ਆਪ ਫਾਈਲਾਂ ਕਢਾਉਣ ਦੀ ਕੋਸ਼ਿਸ਼ ਕੀਤੀ ਆ। ਇਹ ਮਾੜੀ ਗੱਲ ਆ। ਗਵਰਨਰ ਨੂੰ ਜਾਂ ਤਾਂ ਤੁਰੰਤ ਕਹਿ ਦੇਣਾ ਚਾਹੀਦਾ, ਗਵਰਨਰ ਕੋਲ ਕੰਮ ਹੈ, ਚਿੱਟਾ ਹੱਥੀ ਆ, ਕੋਈ ਕੰਮ ਆ, ਉਹਨੂੰ ਵਿਹਲਾ ਹੀ ਆ, ਉਹਨੇ ਫਾਈਲਾਂ ਉਹਨੇ ਕਿਹੜੀਆਂ ਆਪ ਪੜ੍ਹਨੀਆਂ, ਉਹ ਨਾਲ ਉੱਥੇ ਬੰਦੇ ਬਥੇਰੇ ਰੱਖੇ ਆ। ਯੈਸ, ਉਹਨਾਂ ਨੂੰ ਕਹਿਣਾ ਸੀ ਵੀ ਦੱਸ ਦਿਓ ਜੇ ਠੀਕ ਠਾਕ ਹੈ ਤਾਂ ਮੈਂ ਕਰ ਦਿਆਂ, ਘੱਟੋ ਘੱਟ ਅੱਧੀਆਂ ਹੀ ਕੱਢ ਦਿੰਦੇ। ਬਸ ਤਾਂ ਪੰਜਾਬ 'ਚ ਕਾਨੂੰਨ ਬਣ ਗਏ ਕਿ ਟੇਬਲ ਤੇ 10 ਦਿਨ ਤੋਂ ਵੱਧ ਫਾਈਲ ਨਹੀਂ ਚਾਹੀਦੀ, ਫਾਈਲਾਂ ਕੱਢਣੀਆਂ ਚਾਹੀਦੀਆਂ। ਗਵਰਨਰ ਖੁਦ ਫਾਈਲਾਂ ਨਹੀਂ ਕੱਢ ਰਿਹਾ। ਆਹੋ, ਫਿਰ ਦਿੱਲੀੋਂ ਫੋਨ ਆ ਗਿਆ ਹੋਣਾ ਨਾ ਵੀ ਕੱਢੀ ਨਾ, ਤੇ ਆਹੀ ਤਾਂ ਚੱਲਦਾ। ਇਹ ਤੇ ਜਿਹੜੇ ਗਵਰਨਰ ਹੋਣੇ ਹੀ ਨਹੀਂ ਚਾਹੀਦੇ, ਤੇ ਅੰਗਰੇਜ਼ਾਂ ਨੇ ਰੱਖੇ ਸੀਗੇ। ਹੁਣ ਉਹੀ ਸਿਸਟਮ ਨੂੰ ਗਾਂਹ ਤੋਂ ਗਾਂਹ ਤੁਸੀਂ ਚਲਾਈ ਚਲੋਗੇ। ਇਹ ਸਾਡੇ ਫੈਡਰਲ ਢਾਂਚੇ ਦੇ ਲਈ ਕੋਡ ਆ,
ਇਹ ਇੱਕ ਦੱਦ ਲੱਗੀ ਹੋਈ ਹੈ ਜਿਹੜੀ ਜਾਂਦੀ ਨਹੀਂ ਹੈ। ਅਸੀਂ ਤਾਂ ਇਹ ਵੀ ਕਈ ਵਾਰੀ ਕਹਿੰਦੇ ਕਿ ਜੇ ਗਵਰਨਰ ਰੱਖਣੇ ਹੀ ਰੱਖਣੇ ਆ, ਉਹ ਵੀ ਜਿਸ ਤਰ੍ਹਾਂ ਪ੍ਰੈਜ਼ੀਡੈਂਟ ਅਮਰੀਕਾ ਦਾ ਚੁਣ ਕੇ ਆਉਂਦਾ, ਉਹ ਸਾਰਿਆਂ ਦੀਆਂ ਵੋਟਾਂ ਪਾ ਕੇ ਜਿਹੜਾ ਚੰਗਾ ਬੰਦਾ ਹੋਵੇ, ਚੰਗੇ ਬੰਦੇ ਖੜੇ ਹੋਣ, ਉਹਨਾਂ ਦੀਆਂ ਕੁਆਲੀਫਿਕੇਸ਼ਨਾਂ ਠੀਕ ਠਾਕ ਹੋਣ, ਉਹਨੂੰ ਗਵਰਨਰ ਲਾਓ ਤਾਂ ਕਿ ਉਹ ਥੋੜ੍ਹਾ ਜਵਾਬਦੇਹ ਲੋਕਾਂ ਨੂੰ ਹੋਵੇ। ਇਹ ਤਾਂ ਹੈ ਹੀ ਨਹੀਂ ਜਵਾਬਦੇਹ। ਇਹ ਤਾਂ ਇੱਥੇ CID ਦਾ ਬੰਦਾ ਆ, ਜਿਹੜੀ ਵੀ ਸਾਰੀ ਹੁੰਦੀ ਹੈ ਸੈਂਟਰ ਨੂੰ ਰੋਜ਼ ਇਨਫੋਰਮੇਸ਼ਨ ਉਹਨੇ ਪਹੁੰਚਾਉਣੀ, ਫਾਈਲਾਂ ਕਲਿੱਪਿੰਗ ਆ ਜਾ ਹੋ ਗਿਆ। ਵੈਸੇ ਤਾਂ ਇੰਟੈਲੀਜੈਂਸ ਏਜੰਸੀਆਂ, ਮੈਂ ਖੁਦ ਇਸ ਗੱਲ ਦਾ ਵਿਟਨੈਸ ਹਾਂ, ਆਈ ਵਿਟਨੈਸ ਹੈ। ਜਦੋਂ ਅਸੈਂਬਲੀ ਚੱਲਦੀ ਆ ਤੇ ਉਹ ਸਾਰਾ ਮੋਨੀਟਰ ਉੱਥੇ ਸਾਰੀ ਉਹਦੇ ਕੋਲ ਕਾਰਵਾਈ ਹੁੰਦੀ ਆ, ਉਹ ਲਗਾਤਾਰ ਫੋਨ ਕਰਕੇ ਦਿੱਲੀ 'ਚ ਦੱਸਦਾ ਆ, ਜਿਹੜੀ ਵੀ ਸੈਂਟਰ ਦੀ ਸਰਕਾਰ ਹੋਵੇ, ਕਾਂਗਰਸ ਹੋਵੇ, BJP ਹੋਵੇ, ਕਿ ਆਹ ਕੁਝ ਇੱਥੇ ਹੋ ਰਿਹਾ। ਇਹਨਾਂ ਲਈ ਉਹ ਫਾਈਲਾਂ ਜਿਹੜੀਆਂ ਕੱਢਣੀਆਂ ਚਾਹੀਦੀਆਂ ਸੀ, ਇਹ ਤੇ ਕਾਂਗਰਸ ਨੂੰ ਥੋੜ੍ਹਾ ਜਿਹਾ ਨੁੱਕਰੇ ਲਾਉਣ ਵਾਲੀ ਸਕੀਮ ਦੇ ਤਹਿਤ ਫਾਈਲਾਂ ਦੱਬ ਕੇ ਬੈਠੇ ਹੋਏ ਆ। ਠੀਕ ਆ। ਸੋ ਇਹ ਸਨ ਪ੍ਰੋਫੈਸਰ ਮਨਜੀਤ ਸਿੰਘ, ਜਿਨ੍ਹਾਂ ਨੇ ਪੰਜਾਬ ਦੇ ਸਿਆਸੀ ਮਾਹੌਲ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਚੋਣਾਂ ਵਿੱਚ ਸਿੱਧੇ ਤੌਰ 'ਤੇ ਭਾਗ ਲੈਣਾ ਚਾਹੀਦਾ। ਇਹ ਨਾ ਹੋਵੇ ਕਿ ਫਸਲ ਬੀਜੀ ਉਹਨਾਂ ਦੀ ਹੋਵੇ ਤੇ ਵੱਢ ਕੋਈ ਹੋਰ ਲਵੇ। ਨਾਲ ਮੌਜੂਦਾ ਸਿਆਸੀ ਮਾਹੌਲ ਦੀ ਗੱਲ ਕਰਦੇ ਹੋਏ ਕਿਹਾ ਕਿ ਅੱਜ ਦੀ ਡੇਟ 'ਚ ਹੰਗ ਅਸੈਂਬਲੀ ਦੇ ਚਾਂਸ ਨੇ, ਪਰ ਆਉਣ ਵਾਲੇ ਦਿਨਾਂ 'ਚ ਪੋਜੀਸ਼ਨ ਸਪਸ਼ਟ ਹੋਏਗੀ ਕਿ ਕਿਹਦੀ ਸਰਕਾਰ ਬਣੇਗੀ। ਤੇ ਕਬੂਤਰਾਂ ਵਾਲੀ ਗੱਲ ਕੀਤੀ ਹੈ ਕਿ ਕਬੂਤਰਬਾਜ਼ੀ ਦਾ ਦੌਰ ਸਿਆਸੀ ਪਾਰਟੀਆਂ 'ਚ ਜ਼ਿਆਦਾ ਹੀ ਹੈ ਤੇ ਕਬੂਤਰ ਸੰਭਾਲ ਕੇ ਰੱਖਣ ਦੀ ਚਿੰਤਾ ਸਾਰੀਆਂ ਪਾਰਟੀਆਂ ਨੂੰ ਬਣੀ ਹੋਈ ਹੈ। ਕੈਮਰਾਮੈਨ ਨਰਿੰਦਰ ਦੇ ਨਾਲ ਦਰਸ਼ਨ ਸਿੰਘ ਖੋਖਰ, ਚੰਡੀਗੜ੍ਹ। ਅਲੀਸ਼ਾ ਬੇਗਮ, ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ। ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਨ, ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ। ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ। ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਤੀ ਪਤਨੀ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਬੁਰੇ ਸੁਪਨੇ, ਵਿਦੇਸ਼ ਯਾਤਰਾ, ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ, ਬਿਮਾਰੀ 'ਚ ਦਵਾ ਨਾ ਲੱਗਣਾ। ਵਸ਼ੀਕਰਨ ਇੱਕ ਸੱਚਾਈ ਹੈ। ਵਸ਼ੀਕਰਨ ਕਰਵਾਓ, ਮਨ ਚਾਹਾ ਪਿਆਰ ਪਾਓ। ਕੀ ਤੁਹਾਡੀ ਕਿਸਮਤ 'ਚ ਲੋਟਰੀ ਦਾ ਯੋਗ ਹੈ ਜਾਂ ਨਹੀਂ? ਸੱਚਾਈ ਜਾਣੋ। ਲੋਟਰੀ ਨੰਬਰ ਪਾਓ, ਭਾਵੇਂ 649 ਹੋਵੇ ਜਾਂ ਲੋਟੋ ਮੈਕਸ। 11 ਘੰਟੇ 'ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ। ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ। ਜਾਂ ਕਹਿਣੇ ਤੋਂ ਬਾਹਰ तुरंत संपर्क करो, ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ। ਅਲੀਸ਼ਾ ਬੇਗਮ। वर्ल्ड फेमस बाबा सलीम खान 21 बार गोल्ड मेडलिस्ट। सारियां थावां तो निराश ਅਤੇ मायूस होने वाले एक बार फोन जरूर करो, जिवें चाहोगे उवें होएगा। इट्स माई प्रॉमिस, इमीडिएटली रिजल्ट, ओपन चैलेंज। इल्मां दे माहिर A to Z समस्यावां दा फोन ते घर बैठे करवाओ हल। वशीकरण ਅਤੇ मुठ करनी, लव मैरिज, सौतन ਅਤੇ दुश्मन तो छुटकारा, पक्का काम पक्का हल, 101% दी गारंटी, अष्टाम पेपर समेत। सब तो पहला काम करन दा वादा, नौकरी, प्रमोशन, कारोबार च परेशानी, घर च झगड़ा, कोर्ट केस, तलाक, प्रॉपर्टी झगड़ा, पति पत्नी च अनबन, जादू टोना, मनमोहनी वशीकरण करवाओ ਜਾਂ तुड़वाओ, रुस्से ਨੂੰ मनाउणा। ਹੁਣੇ ਕਾਲ ਕਰੋ ਬਾਬਾ ਸਲੀਮ ਖਾਨ 98 199 37 467।